ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में ओदध, जल केवल जल माही। माधवे क्या कहिए भ्रम ऐसा, जैसा मानिया होए न तैसा रहा। नरपत एक सिंहासन सोया, सुपने पया भिखारी। अछत राज विशरत दुख पाया, सोगत भई हमारी। राज भुयंग पर संग जैसे है, अब कश मरम जनाया। अनक कटक जैसे भूल परे, अब कहते कहन न आया। सर्बे एक अनेक स्वामी, सब घट भुगवै सोई। कह रविदास हाथ पै नीर, सहजे होए सोई। सर्बे एक अनेक स्वामी, सब घट भुगवै सोई। कह रविदास हाथ पै नीर, सहजे होए सोई। वाहिगुरु जी का खालसा, वाहिगुरु जी की फतेह। धन धन साहिब महाराज सच्चे पातशाह जी, श्री गुरु ग्रंथ साहिब जीओ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਸੋਰਠ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 657 ਤੋਂ ਆਰੰਭ ਹੋ ਕੇ 658 ਤੇ ਸੰਪੂਰਨ ਹੁੰਦਾ ਹੈ। ਇਸ ਸ਼ਬਦ ਅੰਦਰ ਗੱਲ ਭਰਮ ਦੀ ਕਰਦੇ ਨੇ। ਭਰਮ ਜਿਹੜਾ ਉਹ ਕਦੀ ਪੁਰਾਣਾ ਨਹੀਂ ਹੁੰਦਾ, ਕਦੀ ਬੁੱਢਾ ਨਹੀਂ ਹੁੰਦਾ, ਕਦੀ ਮਰਦਾ ਨਹੀਂ ਹੈ। ਭਰਮ ਨਹੀਂ ਮਰਦਾ, ਨਾ ਪੁਰਾਣਾ ਹੋਵੇ ਨਾ ਬੁੱਢਾ ਹੋਵੇ ਨਾ ਮਰੇ। ਸੋ ਜਿੱਦਾਂ ਸੱਚ ਨਹੀਂ ਪੁਰਾਣਾ ਹੁੰਦਾ, ਇਸੇ ਤਰ੍ਹਾਂ ਭਰਮ ਵੀ ਪੁਰਾਣਾ ਨਹੀਂ ਹੁੰਦਾ। ਸੋ ਇਹ ਜਿਉਂ ਦਾ ਤਿਉਂ ਰਹਿੰਦਾ। ਜੇ ਪੁਰਾਣਾ ਹੁੰਦਾ ਤੇ ਕਈ ਜਨਮ ਇਹ ਜੀਵ ਆਪਣੇ ਜਨਮ ਧਾਰਨ ਕਰਦਾ, ਅਤੇ ਭਰਮ ਜਿਹੜਾ ਆ ਇਹ ਨਵਾਂ ਨਰੋਇਆ ਹੀ ਹੈ, ਇਹ ਨਹੀਂ ਪੁਰਾਣਾ ਹੁੰਦਾ, ਕਮਜ਼ੋਰ ਨਹੀਂ ਪੈਂਦਾ ਕਦੀ। ਫਿਰ ਇਹਦਾ ਦੱਸਣਾ ਬੜਾ ਔਖਾ, ਭਰਮ ਦਾ ਵਿਖਿਆਨ ਕਰਨਾ ਵੀ ਬੜਾ ਔਖਾ। ਜਿੱਦਾਂ ਸੱਚ ਦਾ ਵਿਖਿਆਨ ਕਰਨਾ ਬੜਾ ਔਖਾ, ਇਸੇ ਤਰ੍ਹਾਂ ਹੀ ਭਰਮ ਦਾ ਵਿਖਿਆਨ ਕਰਨਾ ਵੀ ਬੜਾ ਔਖਾ ਹੈ। ਭਰਮ ਹੈ ਸਗਲ ਜਗਤ ਧੰਦ ਅੰਧ, ਸਾਰਾ ਸੰਸਾਰ ਭਰਮ ਦੇ ਵਿੱਚ ਹੈ। ਫਿਰ ਭਰਮ ਕਿਹਨੂੰ ਕਿਹਨੂੰ ਚੰਬੜਿਆ ਹੋਇਆ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਭਰਮ ਭਰਮ ਮਾਨੁਖ ਡਹਿਕਾਏ, ਦੁਤਰ ਮਹਾ ਬਿਖਮ ਏ ਮਾਏ। ਸੋ ਕੀ ਦੇਵਤੇ ਰਿਸ਼ੀ ਮੁਨੀ ਸਭ ਭਰਮ ਦੇ ਵਿੱਚ ਪਏ ਹੋਏ ਨੇ। ਸੋ ਜਿਹੜਾ ਮਨ ਹੈ, ਮਨ ਵੀ ਤਾਂ ਇੱਕ ਭਰਮ ਦੀ ਉਪਜ ਹੈ। ਸਰੂਪ ਇਹ ਜੋਤ ਹੈ, ਮਨ ਤੋਂ ਜੋਤ ਸਰੂਪ ਹੈ। ਇਹਦਾ ਅਸਲ ਮੁੱਢ ਜੋਤ ਹੈ। ਜਿਹੜਾ ਵੱਖਰਾ ਕਦ ਕਿਵੇਂ ਹੋਇਆ? ਭਰਮ ਕਰਕੇ ਵੱਖਰਾ ਹੋਇਆ। ਅੱਜ ਭਰਮ ਇਹਦਾ ਖਤਮ ਹੋ ਜਾਵੇ ਅਤੇ ਅੱਜ ਇਹ ਜੋਤ ਰੂਪ ਦੁਬਾਰਾ ਫਿਰ ਮੁੜ ਕੇ ਹੋ ਜਾਵੇ। ਜਿਹੜਾ ਪਾਣੀ ਹੈ, ਪਾਣੀ 'ਚੋਂ ਲਹਿਰ ਪੈਦਾ ਹੁੰਦੀ ਹੈ। ਜਦੋਂ ਲਹਿਰ ਖਤਮ ਹੁੰਦੀ ਹੈ ਅਤੇ ਉਹ ਫਿਰ ਲਹਿਰ ਗਈ ਕਿੱਥੇ? ਪਾਣੀ ਵਿੱਚ ਜਿਹੜੀ ਜਿੱਥੋਂ ਪੈਦਾ ਹੁੰਦੀ ਉੱਥੇ ਚਲੇ ਜਾਂਦੀ ਹੈ। ਗੱਲਾਂ ਦੱਸੀਆਂ, ਸਮਝਾਉਣ ਦੀ ਕੋਸ਼ਿਸ਼ ਕੀਤੀ ਰਵਿਦਾਸ ਜੀ ਨੇ।
ਸੋ ਜਿੰਨਾ ਕੁ ਨਹੀਂ ਦੱਸਿਆ ਸਾਨੂੰ, ਜੇ ਇੰਨਾ ਵੀ ਸਾਡੇ ਪੱਲੇ ਪੈ ਜਾਵੇ ਤਾਂ ਭਰਮ ਬਾਰੇ ਸਾਨੂੰ ਕੁਝ ਪਤਾ ਲੱਗ ਜੂ। ਜਿਸ ਨੂੰ ਤੂੰ ਜਣਾਏ ਸੋ ਜਨ ਜਾਣੇ। ਜਿੱਦਾਂ ਰੱਬ ਦੀ ਸਮਝ ਜਿੰਨੀ ਕੁ ਦਿੰਦਾ ਹੈ ਉਨੀ ਹੀ ਆਉਂਦੀ ਹੈ, ਭਰਮ ਦੀ ਵੀ ਸਮਝ ਜਿੰਨੀ ਕੁ ਦਿੰਦਾ ਉਨੀ ਕੀ ਆਉਂਦੀ ਹੈ। ਸੋ ਭਰਮ ਬਹੁਤ ਪਾਵਰ ਵਾਲਾ ਹੁੰਦਾ, ਬਹੁਤ ਵੱਡੀ ਚੀਜ਼ ਹੈ ਭਰਮ। ਸੋਰਠ ਰਾਗ ਦੇ ਵਿੱਚ ਹੈ ਸ਼ਬਦ ਬਾਣੀ ਭਗਤ ਰਵਿਦਾਸ ਜੀ ਕੀ। ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਨੇ। ਸੋ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਇੱਕ ਹੈ, ਓੰਗ ਪ੍ਰਕਾਸ਼ ਹੈ। ਇੱਕ ਦਾ ਗੁਣ ਹੈ ਪ੍ਰਕਾਸ਼। ਜਿਹੜਾ ਰੱਬ ਹੈ, ਰੱਬ ਨੂੰ ਇੱਕ ਕਿਹਾ ਜਾਂਦਾ। ਅੱਗੇ ਗਾਹਾਂ ਇੱਕ ਦੀ ਗਾਹਾਂ ਪਰਿਭਾਸ਼ਾ ਸਾਰੀ ਕੀਤੀ ਹੋਈ ਹੈ। ਕਾਰ ਇੱਕ ਰਸ ਹੈ, ਇੱਕ ਰਸ ਰਹਿੰਦਾ ਹੈ। ਉਹ ਸਤ ਹੈ, ਉਸ ਦਾ ਗਿਆਨ ਸਤ ਹੈ ਅਤੇ ਹਮੇਸ਼ਾ ਰਹਿਣੇ ਵਾਲਾ ਉਹਦਾ ਗਿਆਨ ਹੈ। ਹਰ ਇੱਕ ਸਮੇਂ ਗਿਆਨ ਜਿਹੜਾ ਉਸ ਦਾ ਸਾਨੂੰ ਚਾਨਣ ਦਿੰਦਾ ਹੈ। ਇਹ ਨਹੀਂ ਭਾਈ ਉਹਦੇ ਵਾਸਤੇ ਕੋਈ ਸਮਾਂ ਸੀਮਾ, ਕੋਈ ਰੋਤਿਆ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਜਿੱਦਾਂ ਹੁਣ ਮਾਘ ਦਾ ਮਹੀਨਾ ਚੱਲਦਾ, ਕਹਿਣਾ ਵੀ ਉਹੀ ਮਹੀਨਾ ਸਭ ਤੋਂ ਜ਼ਿਆਦਾ ਪਵਿੱਤਰ ਹੈ, ਵੀ ਇਸ ਮਹੀਨੇ ਹੀ ਸਭ ਕੁਝ ਫਲਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮਹਾਰਾਜ ਨੇ ਤਾਂ 8 ਪਹਿਰ ਸਿਮਰਨ ਵਾਸਤੇ ਕਿਹਾ ਹੋਇਆ। ਇਹ ਹਿੰਦੂ ਮੱਤ ਵਿੱਚ ਇਹ ਗੱਲ ਮੰਨੀ ਜਾਂਦੀ ਵੀ ਮਾਘ ਦਾ ਮਹੀਨਾ ਸਭ ਤੋਂ ਪਵਿੱਤਰ ਹੈ। ਹਰ ਇੱਕ ਚੀਜ਼ ਦਾ ਸੋ ਸਾਰਿਆਂ ਦਾ ਇੱਕ ਮੁੱਢ ਹੁੰਦਾ, 12 ਮਹੀਨਿਆਂ ਦਾ ਮੁੱਢ ਮਾਘ ਹੈ, ਉਹ ਮੰਨਦੇ ਆ। ਅਤੇ ਫਿਰ ਇਹ ਚੇਤ ਤੋਂ ਕਿ ਸ਼ੁਰੂ ਹੁੰਦਾ ਮਹੀਨਾ, ਮਾਘ ਤੋਂ ਸ਼ੁਰੂ ਹੋਣਾ ਚਾਹੀਦਾ ਸੀਗਾ। ਸੋ ਇਹ ਹਿੰਦੂ ਮੱਤ ਦਾ ਮੰਨਣਾ ਆ। ਗੁਰਮਤਿ ਜਿਹੜੀ ਹੈ, ਗੁਰਮਤਿ ਨੇ ਮਾਹ ਦਿਵਸ ਮੂਰਤ ਭਲੇ, ਸਭ ਕੁਛ ਭਲਾ ਹੈ। ਜਦੋਂ ਮਿਹਰ ਦੀ ਨਿਗਾਹ ਹੁੰਦੀ, ਜਿਸ ਕੋ ਨਜ਼ਰ ਕਰੇ ਜੇ ਤੇ ਉਹਦੀ ਨਿਗਾਹ ਹੋ ਜਾਂਦੀ ਹੈ। ਉਹਦੇ ਵਾਸਤੇ ਜਿਹੜਾ ਮਰਜ਼ੀ ਦਿਨ ਆ, ਜਿਹੜਾ ਮਰਜ਼ੀ ਮਹੀਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੀ ਮਰਜ਼ੀ ਜਗ੍ਹਾ ਆ, ਉਹਨੂੰ ਜਗ੍ਹਾ ਦੇ ਨਾਲ ਵੀ ਕੋਈ ਫਰਕ ਨਹੀਂ ਹੈ। ਸੋ ਇਸ ਕਰਕੇ ਇੱਕ ਰਸ, ਉਹ ਰੱਬ ਇੱਕ ਰਸ ਹੈ। ਅਤੇ ਜਿੱਥੇ ਵੀ ਉਹਨੂੰ ਕਿਸੇ ਨੇ ਯਾਦ ਕਰ ਲਿਆ ਨਾ, ਉੱਥੇ ਉਹ ਮਿਹਰ ਕਰ ਦਿੰਦਾ, ਉੱਥੇ ਵਰਖਾ ਕਰ ਦਿੰਦਾ ਨਾਮ ਦੀ। ਅਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੇ ਸੱਤ ਦਾ ਗਿਆਨ ਹੁੰਦਾ, ਜੇ ਗੁਰੂ ਦੀ ਕਿਰਪਾ ਕਰਦਾ ਹੈ। ਭਗਤ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਸਲ 'ਚ ਇਹ ਸੀ ਬਾਤ ਕਿ ਮੈਂ ਤਾਂ ਹੈ ਹੀ ਨਹੀਂ ਸੀ। ਇਹ ਤਾਂ ਭਰਮ ਕਰਕੇ ਮੈਂ ਹੋਇਆ, ਮਨ ਤਾਂ ਹੈ ਹੀ ਨਹੀਂ ਸੀ। ਇਹ ਤਾਂ ਭਰਮ ਕਰਕੇ ਮਨ ਹੋਇਆ। ਮੈਂ ਕੀ ਆ? ਮਨ। ਮਨ ਕੀ ਆ? ਭਰਮ ਦੀ ਪੈਦਾਇਸ਼। ਭਰਮ ਕਰਕੇ ਇਹਦਾ ਵੱਖਰਾਪਨ ਹੋਇਆ। ਹੈ ਤਾਂ ਜੋਤ ਆ ਨਾ, ਉਹ ਤਾਂ ਬਾਣੀ ਨੇ ਦੱਸਿਆ ਵੀ ਤੂੰ ਜੋਤ ਸਰੂਪ ਹੈ। ਅਤੇ ਉਹ ਤਾਂ ਆਪਣੇ ਆਪ ਨੂੰ ਮਨ ਕੀ ਮੰਨ ਕੇ ਬੈਠੇ ਆ। ਮੇਰਾ ਆਹ ਨਾਂ ਆ, ਆਹ ਮਾਂ ਬਾਪ ਹੈ, ਆਹ ਮੇਰਾ ਪਰਿਵਾਰ ਹੈ, ਆਹ ਮੇਰਾ ਦੇਸ਼ ਹੈ, ਆਹ ਮੇਰਾ ਸਰੀਰ। ਹੁਣ ਜਿਹੜਾ ਸਰੀਰ ਸਾਨੂੰ ਮਿਲ ਗਿਆ ਸੀ ਉਹਦੇ ਨਾਲ ਮੋਹ ਆ। ਜਾਨਵਰ ਨੂੰ ਜਾਨਵਰ ਦਾ ਸਰੀਰ ਮਿਲਿਆ, ਦੇਖ ਲਓ ਕਿੰਨਾ ਡਰਦਾ ਮੌਤ ਤੋਂ। ਆਪਣੇ ਪੇਟ ਨੂੰ ਪਾਲਣ ਵਾਸਤੇ ਸਾਰੇ ਯਤਨ ਕਰਦਾ। ਜਿਹੜੇ ਮਾਸ ਖਾਣੇ ਵਾਲੇ ਜਾਨਵਰ ਨੇ, ਆਪਣੇ ਪੇਟ ਨੂੰ ਪਾਲਣ ਵਾਸਤੇ ਦੂਜੇ ਨੂੰ ਮਾਰਦੇ ਆ, ਅੰਗਰੇਜ਼ ਨਹੀਂ ਕਰਦੇ, ਉਹਨਾਂ ਦਾ ਭੋਜਨ ਹੈ। ਹਰ ਇੱਕ ਨੂੰ ਭਰਮ ਚਿੰਬੜਿਆ ਹੋਇਆ। ਕੋਈ ਹੈ ਜਿਹਨੂੰ ਭਰਮ ਨਾ ਚਿੰਬੜਿਆ ਹੋਵੇ? ਹਰ ਇੱਕ ਨੂੰ ਭਰਮ ਚਿੰਬੜ ਗਿਆ ਹੈ। ਹੁਣ ਭਗਤ ਜੀ ਕਹਿੰਦੇ ਜਿਹੜਾ ਮੈਂ ਕੀ ਹੈ? ਮੈਂ ਭਰਮ ਹੈ। ਜਦੋਂ ਭਰਮ ਨਿਕਲ ਗਿਆ, ਹੁਣ ਕੀ ਹੋਇਆ? ਅਬ ਤੂੰ ਹੀ ਮੈਂ ਨਾਹੀਂ। ਜਿਹਦਾ ਭਰਮ ਨਿਕਲ ਜਾਂਦਾ, ਉਹ ਫਿਰ ਸਰੀਰ ਨਹੀਂ ਰਹਿ ਜਾਂਦਾ, ਜੀਵ ਨਹੀਂ ਰਹਿ ਜਾਂਦਾ, ਉਹ ਈਸ਼ ਬਣ ਜਾਂਦਾ, ਉਹਦਾ ਰੂਪ ਹੋ ਜਾਂਦਾ ਹੈ। ਫਿਰ ਦ੍ਰਿਸ਼ਟਾਂਤ ਨੇ ਸਾਰੇ ਹੁਣ ਦਿੱਤੇ ਹੋਏ। ਅਨਲ ਅਗਮ ਜੈਸੇ ਲਹਿਰ ਮੈਂ ਉਦਧ, ਜਲ ਕੇਵਲ ਜਲ ਮਹੀ। ਅਨਲ ਹਵਾ ਹੁੰਦੀ ਹੈ, ਅਗਮ ਹੁੰਦਾ ਸੋ ਬਹੁਤ ਰਫਤਾਰ ਦੇ ਨਾਲ। ਇੱਥੋਂ ਅਗਮ ਵੈਸੇ ਹੁੰਦਾ ਪਹੁੰਚ ਤੋਂ ਪਰੇ, ਜਿੱਥੇ ਅਸੀਂ ਪਹੁੰਚ ਨਹੀਂ ਸਕਦੇ। ਇੱਥੇ ਅਗਮ ਦਾ ਅਰਥ ਹੁੰਦਾ ਬਹੁਤ ਰਫਤਾਰ ਦੇ ਨਾਲ ਤੇਜ਼ ਚੱਲਣੇ ਵਾਲੀ ਹਵਾ। ਅਨਲ ਅਗਮ ਇਕੱਠਾ ਸ਼ਬਦ ਲਾ ਦਿਓ। ਅਨਲ ਅਗਮ ਬਹੁਤ ਰਫਤਾਰ ਦੇ ਨਾਲ, ਉਹਦੀ ਰਫਤਾਰ ਨਹੀਂ ਮਾਪੀ ਜਾ ਸਕਦੀ ਵੀ ਕਿੰਨੀ ਕੁ ਤੇਜ਼ ਚੱਲਦੀ ਪਈ ਹੈ। ਇਹ ਸਮੁੰਦਰਾਂ ਦੇ ਵਿੱਚ ਤੇਜ਼ ਹਵਾਵਾਂ ਚੱਲਦੀਆਂ। ਜਦੋਂ ਫਿਰ ਅਨਲ ਅਗਮ ਜੈਸੇ, ਸਮੁੰਦਰ ਦੇ ਵਿੱਚ ਜਦੋਂ ਤੇਜ਼ ਹਵਾ ਚੱਲੀ, ਉਹਦੇ ਨਾਲ ਕੀ ਹੋਇਆ? ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਉਦਧ, ਸਮੁੰਦਰ ਦੇ ਵਿੱਚੋਂ ਲਹਿਰ ਪੈਦਾ ਹੋ। ਹਵਾ ਕਰਕੇ ਹੀ ਲਹਿਰ ਪੈਦਾ। ਹਵਾ ਨੇ
ਜਿਹੜਾ ਥੱਲੇ ਵਾਲਾ ਪਾਣੀ ਸੀ ਉਹਦੇ ਨਾਲੋਂ ਉੱਪਰ ਵਾਲੇ ਪਾਣੀ ਨੂੰ ਅੱਡ ਕਰ ਦਿੱਤਾ। ਉਹ ਕਿੰਨੀਆਂ ਕਿੰਨੀਆਂ ਉੱਚੀਆਂ ਉੱਚੀਆਂ ਲਹਿਰਾਂ ਛੱਲਾਂ ਫਿਰ ਆਉਣ ਲੱਗ ਪੈਂਦੀਆਂ। ਅਸਲ ਦੇ ਵਿੱਚ ਉਹ ਜਿਹੜਾ ਤਾਂ ਨੂੰ ਉੱਠਿਆ ਪਾਣੀ ਹਵਾ ਕਰਕੇ, ਸੋ ਉਹ ਲਹਿਰ, ਉਹਨੂੰ ਆਪਾਂ ਕਹਿੰਦੇ ਲਹਿਰ, ਵੱਖਰਾ ਥੋੜ੍ਹੀ ਹੈ। ਉਹ ਵੱਖਰਾ ਨਹੀਂ ਕਹਿੰਦੇ। ਲਹਿਰ ਮੈਂ ਉਦਦ, ਜਦੋਂ ਹੀ ਹਵਾ ਖਤਮ ਹੋਈ ਜਲ ਕੇਵਲ ਜਲ ਮਾਹੀ। ਉਹ ਜਿਹੜਾ ਥੱਲੇ ਪਾਣੀ ਸੀ ਉਹਦੇ 'ਚੋਂ ਲਹਿਰ ਪੈਦਾ ਹੋਈ ਸੀ। ਸੋ ਉਹ ਸੀਗਾ ਤਾਂ ਜਲ ਹੀ। ਜਦੋਂ ਹੀ ਤੂਫਾਨ ਬੰਦ ਹੋਇਆ ਉਸੇ ਵਕਤ ਉਹ ਪਾਣੀ ਦੇ ਵਿੱਚ ਸਮਾ ਗਈ ਲਹਿਰ ਜਿਹੜੀ। ਇਸੇ ਤਰ੍ਹਾਂ ਮਨ ਕੀ ਹੈ? ਭਰਮ ਕਰਕੇ ਪੈਦਾ ਹੋਇਆ। ਭਰਮ ਕਰਕੇ ਪੈਦਾ ਹੋਇਆ, ਭਰਮ ਪੈਦਾ ਹੋ ਗਿਆ ਅਤੇ ਫਿਰ ਕੀ ਹੋਇਆ? ਫਿਰ ਉਸ ਆਪਣੇ ਆਪ ਨੂੰ ਸਰੀਰ ਸਮਝ ਲਿਆ। ਹੁਣ ਗਾਂ ਸਰੀਰ ਦੇ ਨਾਲ ਹੀ ਸਾਰਾ ਸਿਸਟਮ ਚੱਲ ਪਿਆ। ਤੇਜ਼ ਹਵਾਵਾਂ ਚੱਲ ਪਈਆਂ। ਮੈਨੂੰ ਮਕਾਨ ਚਾਹੀਦਾ, ਖਾਣ ਪੀਣ ਲਈ ਚਾਹੀਦਾ, ਲੀੜਾ ਕੱਪੜਾ ਚਾਹੀਦਾ। ਸਰੀਰ ਦੇ ਨਾਲ ਸੰਬੰਧਿਤ ਰਿਸ਼ਤੇ ਜਿਹੜੇ ਕਹਿੰਦੇ ਖੂਨ ਦੇ ਰਿਸ਼ਤੇ ਨੇ। ਅਤੇ ਇਹ ਹੈ ਕੀ ਅਸਲ ਦੇ ਵਿੱਚ? ਗੁਰਮਤਿ ਨੇ ਇਸ ਨੂੰ ਇੱਕ ਭਰਮ ਦੀ ਹਵਾ ਦੱਸਿਆ ਹੋਇਆ। ਕਹਿੰਦੇ ਭਗਤ ਰਵਿਦਾਸ ਜੀ ਕਹਿ ਰਹੇ ਨੇ। ਸੋ ਇਹ ਵੱਖਰਾਪਨ ਜਿਹਾ ਕਰਕੇ ਰਹਿੰਦਾ, ਆਪਣੇ ਆਪ ਨੂੰ ਵੱਖਰਾ ਜਿਹਾ ਕਰਕੇ ਰਹਿੰਦਾ ਹੈ। ਜੇ ਤਾਂ ਉਮਰ ਦੇ ਹੁੰਦਿਆਂ ਹੋਇਆਂ ਸਮਝ ਗਿਆ ਗੱਲ, ਮੋਹ ਤੋੜ ਲੂਗਾ। ਫਿਰ ਮੋਹ ਤੋੜ ਲੂਗਾ ਵੀ ਨਹੀਂ ਭਈ ਆਖਿਰਕਾਰ ਮੈਨੂੰ ਰੱਬ ਨੇ ਸੰਸਾਰ ਵਿੱਚ ਭੇਜਣਾ ਸੀ, ਕਿਸੇ ਪਰਿਵਾਰ 'ਚ ਹੀ ਭੇਜਣਾ ਸੀ, ਕਿਸੇ ਮਾਂ ਦੇ ਪੇਟੋਂ ਹੀ ਜਨਮ ਲੈਣਾ ਸੀਗਾ। ਕੋਈ ਕਿਸੇ ਕੁਟੁੰਬ ਪਰਿਵਾਰ ਵਿੱਚ ਭੇਜਿਆ ਤਾਂ ਬੰਦਗੀ ਕਰਨ ਵਾਸਤੇ ਹੈ, ਨਾ ਕਿ ਮੈਂ ਪਰਿਵਾਰ ਦਾ ਤਾਂ ਹਿੱਸਾ ਮੈਂ ਰਹਿਣਾ ਹੀ ਨਹੀਂ, ਉਂਝ ਵੀ ਨਹੀਂ ਰਹਿਣਾ। ਰਹੇ ਆ ਕਿੱਥੇ ਟੈਂਡੇ ਮਾਪਿਆ ਜੀ ਨਹੀਂ ਤੂੰ ਜਣੇ ਪਰਿਵਾਰ ਦੇ ਹਿੱਸਾ ਰਹਿ ਗਏ। ਉੱਦਾਂ ਫੋਟੋ ਲਾਉਂਦੇ ਆਪਾਂ ਘਰ ਦੇ ਵਿੱਚ, ਅਤੇ ਜੇ ਕਿਸੇ ਦੇ ਸੁਪਨੇ 'ਚ ਆ ਜਾਵੇ ਉਹਦਾ ਪਾ ਕਰਾਉਣੇ ਵੀ ਇਹ ਆਉਣਾ ਨਹੀਂ ਚਾਹੀਦਾ, ਕਹਿਣਾ ਇਹ ਨਹੀਂ ਆਉਣਾ ਚਾਹੀਦਾ। ਉਹ ਪਰਿਵਾਰ ਦਾ ਹਿੱਸਾ ਨਹੀਂ ਹੁੰਦਾ ਹੈ ਜਿਹੜਾ ਮਰ ਚੁੱਕਾ। ਹਾਂ ਯਾਦ ਜ਼ਰੂਰ ਹੈ ਵੀ ਹਾਂ ਸੀ ਸਾਡੇ ਬਾਪ ਦਾਦਾ, ਕਿਸੇ ਨੂੰ ਆਪਣੇ ਦਾਦੇ ਤੱਕ ਪਤਾ, ਪੜਦਾਦੇ ਦਾ ਕੌਣ ਦਾਦਾ ਕਿਹਨੂੰ ਪਤਾ ਹੈ। ਇੱਥੇ ਮਾਰਨ ਤਰੀਕਾ ਇੱਕੋ ਹੀ ਚੇਤੇ ਰੱਖੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਭਰਮ ਕੱਢ ਦਿਓ ਵੀ ਸੰਸਾਰ ਦੇ ਵਿੱਚ ਮਾਂ ਬਾਪ ਹੈ। ਇਹ ਤਾਂ ਜ਼ਰੀਆ ਬਣਿਆ ਸੰਸਾਰ ਵਿੱਚ ਆਉਣ ਦਾ। ਇਹ ਸਾਡਾ ਜ਼ਰੀਆ ਸੀ, ਪਰਿਵਾਰ ਵਿੱਚ ਅਸੀਂ ਆਏ ਹਾਂ। ਇਸ ਕਰਕੇ ਕਿਉਂਕਿ ਇਹ ਇੱਕ ਹੁਣ ਮਾਤ ਲੋਕ ਜਿਹੜੀ ਅੰਡਜ ਜੇਰ ਖਾਣੀ ਹੈ ਨਾ, ਜੇਰ ਖਾਣੀ ਜਿਹੜੀ ਇਹਦੇ ਵਿੱਚੋਂ ਅਸੀਂ ਆਉਣਾ। ਮਾਤ ਲੋਕ ਵਿੱਚ ਮੇਰੇ ਪ੍ਰਵੇਸ਼ ਹੋਇਆ, ਉੱਥੋਂ ਫਿਰ ਸਾਡਾ ਜਨਮ ਹੁੰਦਾ ਅਤੇ ਉਹਦੇ ਨਾਲ ਅਸੀਂ ਉਹ ਕੁਟੁੰਬ ਦੇ ਨਾਲ ਜੁੜ ਕੇ ਰਹਿ ਗਏ। ਭਰਮ ਪੈਦਾ ਹੋ ਗਿਆ। ਸੋ ਇਹ ਜੇ ਭਰਮ ਕੱਢ ਲਿਆ ਨਾ ਵਿੱਚੋਂ, ਮਨ ਕਰਕੇ ਭਰਮ ਪੈਦਾ ਹੋਇਆ, ਮਨ ਨੂੰ ਮਾਰ ਲਾ। ਮਨ ਨੂੰ ਕਿੱਦਾਂ ਮਾਰੀ ਦਾ? ਮਨ ਦੀਆਂ ਇਛਾਵਾਂ ਮਾਰ ਲਈ ਦੀਆਂ। ਮਨ ਦੀਆਂ ਇਛਾਵਾਂ ਮਾਰ ਲਾ, ਮਨ ਆਪਣੇ ਆਪ ਹੀ ਮਰ ਜਾਣਾ। ਫੇਰ ਕੀ ਵੇਖੇਗਾ? ਮਨ ਰੁਕ ਗਿਆ। ਤਦੇ ਜੋਗੀ ਜਨ ਮਨ ਨੂੰ ਰੋਕਦੇ ਨੇ। ਮਨ ਰੁਕਿਆ। ਜਦੋਂ ਮਨ ਰੁਕਦਾ, ਜਿੱਦਾਂ ਕਹਿੰਦੇ ਜਦੋਂ ਹੀ ਤੂਫਾਨ ਥੰਮਿਆ, ਲਹਿਰ ਨਹੀਂ ਸੀ, ਜਲ ਕੇਵਲ ਜਲ ਮਾਹੀ। ਜਦੋਂ ਮਨ ਰੁਕਿਆ ਕੀ ਸੀ? ਜੋਤ ਸੀ, ਜੋਤ ਵਿੱਚ ਹੀ ਰਲ ਗਿਆ। ਜੋਤ ਸੀ, ਜੋਤ ਵਿੱਚ ਹੀ ਰਲ ਗਿਆ। ਕਹਿੰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ। ਮਾਧਵੇ ਮਾਇਆ ਦਾ ਪਤੀ, ਮਾਇਆ ਦਾ ਖਸਮ ਰੱਬ। ਰੱਬਾ ਕੀ ਕਰੀਏ, ਕੀ ਕਹੀਏ, ਭਰਮ ਹੈ ਹੀ ਐਸਾ। ਕਿੱਦਾਂ ਦਾ ਜੀ? ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਮੰਨ ਲਿਆ ਹੁੰਦਾ ਮਨ ਨੇ, ਉਹ ਨਹੀਂ ਹੁੰਦਾ। ਇਹਨੂੰ ਭਰਮ ਕਿਹਾ ਜਾਂਦਾ ਜੀ। ਮਨ ਜਿਹੜੀ ਗੱਲ ਮੰਨ ਗਿਆ ਉਹ ਹੁੰਦੀ ਨਹੀਂ ਹੈ। ਹੁਣ ਸੁਪਨਾ ਬੰਦਾ ਲੈਂਦਾ, ਸੁਪਨੇ ਦੇ ਵਿੱਚ ਸੁਪਨੇ 'ਚ ਮੰਨਿਆ ਹੋਇਆ ਹੁੰਦਾ ਪਰ ਹੁੰਦਾ ਉਹ ਨਹੀਂ ਹੈ। ਅਤੇ ਸੁਪਨੇ ਸਾਰਿਆਂ ਦਾ ਅੱਡ ਅੱਡ ਹੁੰਦੇ। ਸੁੱਤਿਆਂ ਹੋਇਆਂ ਦਾ ਸੁਪਨਾ ਹੁੰਦਾ, ਜਾਗਦਿਆਂ ਹੁੰਦਾ ਸੁਪਨਾ ਹੀ ਨਹੀਂ ਹੁੰਦਾ ਕੋਈ। ਨਾਲੇ ਸੁਪਨਿਆਂ ਜਿਹੜਾ ਬੰਦਾ ਸੁੱਤਾ, ਭਾਵੇਂ ਇੱਕੋ ਹੀ ਬੈੱਡ 'ਤੇ ਸੁੱਤੇ ਹੋਏ ਨੇ, ਉਹਦਾ ਵੱਖਰਾ ਸੁਪਨਾ, ਦੂਜੇ ਦਾ ਵੱਖਰਾ ਸੁਪਨਾ। ਸੁੱਤੇ ਹੋਏ ਹੋਣ ਕਰਕੇ ਸੁਪਨੇ ਵੱਖਰੇ ਵੱਖਰੇ ਆ। ਜਿਹੜੇ ਜਾਗਦੇ ਹੋਏ ਹੁੰਦੇ ਨੇ ਉਹਨਾਂ ਦੇ ਵਿਚਾਰ ਇਕੱਠੇ ਹੋ ਸਕਦੇ ਆ, ਉਹਨਾਂ ਦੇ ਹੋ ਸਕਦੇ। ਜਾਗਦਿਆਂ ਹੁੰਦਿਆਂ ਦੀਆਂ ਸਲਾਹਾਂ ਆ, ਇੱਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ ਜਾ ਸਕਦੇ ਆ। ਸੁਪਨੇ ਵਿੱਚ ਸੁਪਨਾ ਸਾਂਝਾ ਨਹੀਂ ਕੀਤਾ ਜਾ ਸਕਦਾ। ਭਰਮ ਹੈ ਸੁਪਨਾ। ਅੱਛਾ ਇਹ ਵੀ ਪਤਾ ਹੁੰਦਾ ਉਹਨੂੰ, ਸੁਪਨੇ ਵਿੱਚ ਵੀ ਇੰਨਾ ਗਿਆਨ ਹੁੰਦਾ, ਮੈਂ ਤਾਂ ਫਲਾਨਾ ਸੀ, ਇਹ ਕੀ ਬਣਿਆ, ਇੰਨਾ ਕੁ ਤਾਂ ਗਿਆਨ ਹੁੰਦਾ ਸੁਪਨੇ ਵਿੱਚ ਵੀ। ਸੁਪਨੇ ਵਿੱਚ ਫਿਰ ਆਪਣੇ ਕਿੱਦਾਂ ਇਹਨੂੰ ਪਤਾ ਲੱਗ ਜਾਂਦੇ ਆ। ਸੁਪਨੇ ਵਿੱਚ ਸੁੱਖ ਜ਼ਿਆਦਾ ਗਿਆਨ ਹੋ ਜਾਂਦਾ, ਜਿਹੜੇ ਮਰ ਚੁੱਕਿਆਂ ਦਾ ਵੀ ਗਿਆਨ ਹੋ ਜਾਂਦਾ।
ਸੁਪਨੇ ਵਿੱਚ ਤਾਂ। ਸੋ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਈ ਨਾ ਤੈਸਾ। ਜੋ ਮੰਨਿਆ ਹੋਇਆ ਉਹ ਨਾ ਹੋਣਾ, ਉਹ ਨਹੀਂ ਹੁੰਦਾ, ਇਸ ਨੂੰ ਭਰਮ ਕਿਹਾ ਜਾਂਦਾ। ਮੈਂ ਆਪਣੇ ਆਪ ਨੂੰ ਮੰਨ ਲਿਆ, ਮੈਂ ਫਲਾਨਾ ਹੈ, ਮੈਂ ਸਰੀਰ ਹੈ, ਆਹ ਗੋਤ ਆਹ ਜਾਤ ਔਰਤ ਹੈ ਜਾਂ ਮਰਦ ਹੈ ਨਹੀਂ। ਮੈਂ ਮੰਨ ਲਿਆ ਮੇਰਾ ਮਨ, ਮੈਂ ਮਨ ਨੂੰ ਮੰਨ ਲਿਆ, ਨਹੀਂ ਮਨ ਹੈ ਨਹੀਂ, ਜੋ ਤੂੰ ਮੰਨਿਆ ਹੈ ਨਹੀਂ, ਕਹਿੰਦੇ ਇਹਨੂੰ ਭਰਮ ਕਿਹਾ ਜਾਂਦਾ। ਕਹਿੰਦੇ ਰਹਾ ਭਰਮ ਨੂੰ ਵਿਖਿਆਨ ਕਰਨਾ ਬੜਾ ਔਖਾ ਨਾ। ਇਸ ਕਰਕੇ ਭਗਤ ਜੀ ਕੁਝ ਮਿਸਾਲਾਂ ਹੁਣ ਦਿੰਦੇ ਨੇ, ਦ੍ਰਿਸ਼ਟਾਂਤ ਦਿੰਦੇ ਨੇ। ਕਹਿੰਦੇ ਨਰਪਤ ਏਕੋ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਪਹਿਲੋਂ ਹਵਾ ਦੀ ਗੱਲ ਕੀਤੀ, ਸਮੁੰਦਰ 'ਚੋਂ ਲਹਿਰ ਦੇ ਉੱਠਣ ਦੀ ਬਾਤ ਕੀਤੀ, ਅਤੇ ਹੁਣ ਰਾਜੇ ਦੀ ਗੱਲ ਕਰਦੇ ਪਏ ਨੇ। ਨਰਪਤ ਹੈ। ਸੋ ਅਸਲ 'ਚ ਹਰ ਇੱਕ ਜਿਹੜਾ ਮਨੁੱਖ ਹੈ ਉਹਨੂੰ ਨਰਪਤ ਕਹਿ ਦਿੱਤਾ। ਉਹਦਾ ਤਾਂ ਰਾਜੇ ਦੀ ਗੱਲ ਹੈ, ਪਰ ਮਨੁੱਖ, ਹਰ ਇੱਕ ਮਨੁੱਖ ਰਾਜਾ ਆ, ਰਾਜਾ ਹੀ ਹੈ। ਪਰਮਾਤਮਾ ਨੇ ਬਾਕੀ ਜੋਨਾਂ ਦੇ ਉੱਤੇ ਤੈਨੂੰ ਰਾਜਾ ਹੀ ਬਣਾਇਆ। ਸਾਰੀਆਂ ਜੋਨਾਂ ਤੋਂ ਸ਼੍ਰੋਮਣੀ ਜੋਨ ਜਿਹੜੀ ਹੈ ਇਹ ਮਨੁੱਖਾ ਆ। ਇੱਥੇ ਵਿੱਚ ਰਾਜਾ ਤਾਂ ਹੋਇਆ, ਇਕੱਲਾ ਇਕੱਲਾ ਮਨੁੱਖ ਰਾਜਾ ਹੈ। ਅਤੇ ਫਿਰ ਇਹ ਭਿਖਾਰੀ ਕੋ ਬਣਿਆ, ਕਹਿੰਦੇ ਸੌਂ ਗਿਆ, ਆਪਣੇ ਆਪ ਨੂੰ ਇਹਨੇ ਮਨ ਸਮਝ ਲਿਆ। ਇਹ ਸੁੱਤਾ ਹੋਇਆ ਮਾਇਆ ਦੀ ਗੂੜੀ ਨੀਂਦ ਵਿੱਚ ਸੌਂ ਗਿਆ। ਸੌਣ ਦੇ ਨਾਲ ਕੀ ਹੋਇਆ, ਇਹ ਬਣ ਗਿਆ ਭਿਖਾਰੀ। ਆਹ ਜਿਹੜੀਆਂ ਲੋੜਾਂ ਨੇ, ਮੈਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਇਹ ਕੀ ਹੈ? ਇਹ ਭਿਖਾਰੀਆਂ ਵਾਲੀ ਗੱਲ ਹੈ ਨਾ। ਹੁਣ ਆਹ ਮਿਲ ਜੇ, ਹੁਣ ਆਹ ਮਿਲ ਜਾਵੇ, ਭਿਖਾਰੀਆਂ ਵਾਲੀ ਗੱਲ ਹੈ ਇਹ। ਅਗਰ ਇਹ ਜਾਗਦਾ ਹੋਵੇ ਨਾ, ਮਨ ਮਰ ਜਾਵੇ ਤਾਂ ਇਹਨੇ ਜਾਗਣਾ। ਜੇ ਜਾਗ ਜਾਵੇ ਤਾਂ ਇਹਨਾਂ ਚੀਜ਼ਾਂ ਨੂੰ ਵੱਲ ਇਹਨੇ ਧਿਆਨ ਹੀ ਨਹੀਂ ਦੇਣਾ। ਚਾਹੇ ਲੱਖਾਂ ਕਰੋੜਾਂ ਸੋ ਡਾਲਰ ਇਹਦੇ ਕੋਲ ਆਉਣ, ਰਾਜ ਭਾਗ ਆ ਜਾਵੇ, ਸੋਨਾ ਚਾਂਦੀ ਆ ਜਾਵੇ, ਇਹਨੂੰ ਕੋਈ ਪਰਵਾਹ ਨਹੀਂ ਹੈਗੀ। ਕਿਉਂ? ਜਾਗਿਆ ਹੋਇਆ। ਹੁਣ ਇਹ ਸੁੱਤਾ ਹੋਇਆ ਕਰਕੇ ਭਿਖਾਰੀ ਹੈ, ਮੰਗਦਾ ਫਿਰਦਾ, ਆਹ ਮਿਲ ਜਾਵੇ, ਆਹ ਮਿਲ ਜਾਵੇ। ਜਿਸ ਦਿਨ ਮਨ ਜਾਗ ਗਿਆ, ਕੁਛ ਵੀ ਨਹੀਂ ਮੰਗੇਗਾ। ਕੀ ਮੰਗੂਗਾ? ਕਹਿੰਦੇ ਮੰਗਣਾ ਮੰਗਨੇ ਨੀਕਾ, ਜੋ ਮੰਗਣ ਯੋਗ ਹੈ। ਕੀ ਹਰ ਜਸ ਗੁਰ ਤੇ ਮੰਗਣਾ, ਹਰੀ ਦਾ ਜਸ ਮੰਗੇਗਾ, ਹੋਰ ਕੁਝ ਨਹੀਂ ਮੰਗੇਗਾ। ਅੱਛਾ, ਫਿਰ ਤ੍ਰਿਪਤੀ ਹੋ ਜਾਂਦੀ ਹੈ। ਜੋ ਇਹ ਮੰਗਦਾ ਮਨ, ਤ੍ਰਿਪਤੀ ਤਾਂ ਹੁੰਦੀ ਹੀ ਨਹੀਂ, ਭੁੱਖਿਆਂ ਭੁੱਖ ਨਾ ਉਤਰੀ। ਹੁਣ ਰਾਜੇ ਕੋ ਕੀ ਨਹੀਂ ਹੁੰਦਾ? ਰਾਜੇ ਕੋ ਸਭ ਕੁਝ ਹੈ। ਰਾਜੇ ਨੂੰ ਪੁੱਛੋ ਤੇਰੀ ਤ੍ਰਿਪਤੀ ਹੋ ਗਈ? ਉਹ ਸਭ ਤੋਂ ਵੱਧ ਭੁੱਖਾ ਰਾਜਾ ਹੁੰਦਾ। ਸਭ ਤੋਂ ਵੱਡਾ ਭਿਖਾਰੀ ਜਿਹੜਾ ਮੰਗਤਾ ਉਹ ਰਾਜਾ ਹੁੰਦਾ, ਨਹੀਂ ਤ੍ਰਿਪਤੀ ਹੁੰਦੀ ਉਸ ਦੀ। ਹੁਣ ਇੱਥੇ ਭਗਤ ਜੀ ਕਹਿੰਦੇ ਨੇ, ਕਹਿੰਦੇ ਸੋ ਜਿੱਦਾਂ ਸੁਪਨੇ ਦੇ ਵਿੱਚ ਇਹਨਾਂ ਨੇ, ਚਲੋ ਰਾਜੇ, ਇੱਕ ਰਾਜੇ ਨਾਲ ਵੀ ਇਹ ਖੇਡ ਵਾਪਰੀ ਸੀ ਨਾ। ਸਿੰਘਾਸਨ 'ਤੇ ਸੁੱਤਾ ਅਤੇ ਭਿਖਾਰੀ ਬਣ ਗਿਆ। ਸੁਪਨਾ ਆ ਗਿਆ, ਉਹਨੂੰ ਕੋਈ ਰੋਟੀ ਨਹੀਂ ਦਿੰਦਾ, ਭੁੱਖ ਬੜੀ ਲੱਗੀ ਹੋਈ ਹੈ। ਇੱਕ ਜਗ੍ਹਾ ਲੰਗਰ ਲੱਗਾ ਅਤੇ ਉੱਥੇ ਖਿਚੜੀ ਵਰਤਦੀ ਹੈ, ਬਾਕੀ ਤਾਂ ਸਭ ਕੁਝ ਵਰਤ ਗਿਆ, ਖਿਚੜੀ ਰਹਿ ਗਈ। ਅਤੇ ਖਿਚੜੀ ਕਹਿੰਦਾ ਦਿਓ, ਮੈਨੂੰ ਦੇ ਦਿਓ। ਕਹਿੰਦੇ ਭਾਂਡਾ ਲਿਆ, ਠੀਕ ਕਰਾ ਸੀਗਾ, ਟੁੱਟਾ ਘੁਮਿਆਰ ਦੇ ਘਰ ਹੀ ਗਿਆ, ਠੀਕ ਕਰਾ ਮਿਲ ਗਿਆ। ਕਹਿੰਦਾ ਇਹ 'ਚ ਪਾ ਦਿਓ। ਠੀਕਰੇ 'ਤੇ ਕੁਛ ਪੈ ਗਈ ਖਿਚੜੀ, ਅਤੇ ਕੁਛ ਉਹਦੇ ਹੱਥ 'ਤੇ ਪੈ ਗਈ, ਅਤੇ ਗਰਮ ਗਰਮ ਸੇਕ ਲੱਗਾ ਤਾਂ ਉੱਠ ਗਿਆ। ਸੁਪਨੇ ਪਿਆ ਭਿਖਾਰੀ, ਬੜਾ ਦੁਖੀ ਹੋਇਆ ਹੈ। ਉਹ ਮੈਂ ਤਾਂ ਕੱਪੜੇ ਦਾਨ ਕਰਦਾ, ਮੈਂ ਲੰਗਰ ਲਾਉਂਦਾ, ਸੋਨਾ ਚਾਂਦੀ ਵੀ ਦਾਨ ਕਰਦਾ, ਮੈਨੂੰ ਕੋਈ ਖਿਚੜੀ ਨਹੀਂ ਦੇ ਰਿਹਾ ਸੀਗਾ। ਇਹ ਕੀ ਬਣਿਆ? ਵੀ ਮੈਂ ਪਹਿਲੋਂ ਭਿਖਾਰੀ ਸੀ ਜਾਂ ਮਰਨ ਤੋਂ ਬਾਅਦ ਭਿਖਾਰੀ ਬਣਾਂਗਾ? ਇਹ ਫਿਕਰ 'ਚ ਪੈ ਗਿਆ ਸੀਗਾ। ਇਸੇ ਕਰਕੇ ਸੋ ਉਹਨੇ ਬੜੇ ਬੜੇ ਵਿਦਵਾਨਾਂ ਤੋਂ ਪੁੱਛਦਾ ਸੀ, ਕਹਿੰਦਾ ਇਹ ਸੱਚਾ ਜਾਂ ਉਹ ਸੱਚਾ। ਸਾਰੇ ਵਿਦਵਾਨ ਕੈਦ ਕਰ ਲਿਆ ਸੀ ਇਸਨੇ, ਕਹਿੰਦਾ ਦੱਸਦਾ ਨਹੀਂ ਕੋਈ। ਕਹਿੰਦਾ ਫਿਰ ਇਹਦੇ ਮਨ ਦਾ ਭਰਮ ਕਿਹਨੇ ਕੱਢਿਆ? ਅਸ਼ਟਾਵਕਰ ਨੇ। ਰਿਸ਼ੀ ਬਿਆਸ ਦਾ ਸਪੁੱਤਰ ਕਹਿੰਦੇ ਹੋਇਆ, ਬੜੀ ਵੱਡੀ ਵੀ ਇੱਕ ਸਾਖੀ ਹੈ। ਅਸ਼ਟਾਵਕਰ ਨੇ ਭਰਮ ਕੱਢਿਆ, ਕਹਿੰਦਾ ਰਾਜਨ ਨਾ ਇਹ ਸੱਚਾ ਨਾ ਉਹ ਸੱਚਾ। ਜਿਹੜਾ ਹੁਣ ਤੂੰ ਮੇਰੇ ਨਾਲ ਗੱਲਾਂ ਕਰਦਾ, ਜਾਗਦੀਆਂ ਅੱਖਾਂ ਦਾ ਸੁਪਨਾ, ਇਹ ਵੀ ਸੁਪਨਾ ਹੀ ਹੈ। ਅਤੇ ਜਿਹੜਾ ਤੂੰ ਸੁੱਤਾ ਸੀ, ਜਦੋਂ ਸੁਪਨਾ ਵੇਖਿਆ, ਉਹ ਸੁੱਤੇ ਦਾ ਸੁਪਨਾ ਤੇਰਾ। ਸੋ ਨਾ ਇਹ ਵੀ ਨਹੀਂ ਰਹਿਣਾ, ਅਤੇ ਉਹ ਰਹਿ ਜਿੱਦਾਂ ਉਹ ਨਹੀਂ ਰਿਹਾ, ਤੂੰ ਭਿਖਾਰੀ ਰਿਹਾ ਨਹੀਂ ਨਾ। ਕਹਿੰਦੇ ਇੱਦਾਂ ਰਾਜਾ ਵੀ ਨਹੀਂ ਰਹਿਣਾ। ਤਾਂ ਦੋਨੇ ਝੂਠੇ ਨੇ। ਕਹਿੰਦੇ ਅਸਲ ਜਿਹੜੀ ਸੱਚਾਈ ਹੈ, ਸੋ ਅਸਲ ਸੱਚਾਈ ਨੂੰ ਪਛਾਣੋ। ਤੂੰ ਹੈ ਜੋਤ, ਇਹ ਤੇਰੀ ਸੱਚਾਈ ਹੈ। ਤੂੰ ਮਨ ਨਹੀਂ ਹੈ, ਤੂੰ ਸਰੀਰ ਨਹੀਂ ਹੈ, ਤੂੰ ਹੈ ਜੋਤ, ਇਹ ਸੱਚਾਈ ਹੈ। ਕਹਿੰਦੇ ਸੋ ਇਹਨੂੰ ਮਨੁੱਖ ਨੂੰ ਬਣਾਇਆ ਤਾਂ ਰਾਜਾ ਸੀਗਾ, ਪਰ ਇਹ ਭਿਖਾਰੀ ਬਣ ਗਿਆ। ਕਹਿੰਦੇ ਕਿਉਂਕਿ ਸੁੱਤਾ ਹੋਇਆ ਤਦ ਹੀ ਭਿਖਾਰੀ। ਅਛਤ ਰਾਜ ਬਿਸ਼ਰਤ ਦੁੱਖ ਪਾਇਆ,
ਸੋ ਗਤ ਭਈ ਹਮਾਰੀ। ਅਛਤ ਹੁੰਦਾ ਹੁੰਦਿਆਂ ਹੋਇਆਂ, ਜਿਵੇਂ ਰਾਜੇ ਨੂੰ ਰਾਜ ਦੇ ਹੁੰਦਿਆਂ ਹੋਇਆ ਦੁਖੀ ਹੋਇਆ ਕਿਉਂਕਿ ਸੁੱਤਾ ਹੋਇਆ ਸੀਗਾ, ਅਤੇ ਉਹ ਯੋਗ ਹਾਲਤ ਸਾਡੀ। ਸਾਨੂੰ ਸੋ ਮਨੁੱਖਾ ਜੋਨ ਜਿਹੜੀ ਆ ਉੱਤਮ ਹੈ, ਰਾਜਿਆਂ ਵਾਲੀ ਜੋਨ ਮਿਲੀ ਹੋਈ ਹੈ, ਅਤੇ ਮਨੁੱਖਾ ਸਰੀਰ ਹੁੰਦਿਆਂ ਹੋਇਆਂ ਅਸੀਂ ਦੁਖੀ ਹੋ ਰਹੇ ਹਾਂ। ਕਾਰਨ ਕਿ ਅਸੀਂ ਭਰਮ ਦੇ ਵਿੱਚ ਸੁੱਤੇ ਹੋਏ ਹਾਂ। ਸੋ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ 'ਤੇ ਲੱਗੇ ਹੋਏ ਹਾਂ। ਬੜਾ ਵੱਡਾ ਭਰਮ ਹੈ। ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਭਗਤ ਜੀ ਕਹਿੰਦੇ ਕਛ ਮਰਮ ਜਨਾਇਆ। ਕਛ ਹੁੰਦਾ ਕਿ ਭਰਮ ਦਾ ਪਤਾ ਤਾਂ ਲੱਗਦਾ ਨਹੀਂ, ਮਰਮ ਹੁੰਦਾ ਭੇਦ, ਪਰ ਮੈਨੂੰ ਥੋੜ੍ਹਾ ਜਿਹਾ ਭੇਦ ਪਤਾ ਲੱਗਾ, ਪਰ ਰੱਬ ਨੇ ਦੱਸਿਆ, ਜਣਾਇਆ, ਸੋਝੀ ਕਰਾਤੀ ਮੈਨੂੰ। ਉਹ ਕਿੱਦਾਂ? ਕਹਿੰਦੇ ਰਾਜ ਰਜੂ ਰੱਸੀ, ਭੁਯੰਗ ਸਰਪ। ਜਿੱਦਾਂ ਮਾੜਾ ਮਾੜਾ ਜੇ ਚਾਨਣ ਹੋਵੇ ਨਾ, ਥੋੜ੍ਹਾ ਥੋੜ੍ਹਾ ਚਾਨਣ, ਰੱਸੀ ਪਈ ਹੋਵੇ, ਉਹ ਰੱਸੀ ਨਹੀਂ ਲੱਗਦੀ, ਸੱਪ ਲੱਗਦੀ ਹੈ। ਜਦੋਂ ਨੇੜੇ ਹੋ ਕੇ ਵੇਖੋ ਪਤਾ ਲੱਗ ਜਾਂਦਾ ਪਈ ਇਹ, ਜਾਂ ਚਾਨਣ ਕਰਕੇ ਦੇਖ ਲਓ ਵੀ ਇਹ ਰੱਸੀ, ਇਹ ਸੱਪ ਨਹੀਂ, ਇਹ ਤਾਂ ਰੱਸੀ ਹੈ। ਇਸੇ ਤਰ੍ਹਾਂ ਸੰਸਾਰ ਸੱਚਾ ਭਾਸਦਾ ਸੀ, ਰਿਸ਼ਤੇ ਸੱਚੇ ਭਾਸਦੇ ਸਨ, ਦੁੱਖ ਸੁੱਖ ਸੱਚ ਭਾਸਦਾ ਸੀ। ਜਦੋਂ ਗੁਰਬਾਣੀ ਦਾ ਚਾਨਣ ਹੋਇਆ ਪਤਾ ਲੱਗਾ ਸਭ ਕੁਝ ਮਿੱਥਿਆ, ਪਤਾ ਲੱਗ ਗਿਆ। ਕਹਿੰਦੇ ਕੁਛ ਕੁ ਭੇਦ ਲੱਗ ਗਿਆ। ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਨ ਨਾ ਆਇਆ। ਜਿੱਦਾਂ ਸੁਨਿਆਰਾ ਸੋਨੇ ਤੋਂ ਕਟਕ ਗਹਿਣੇ ਬਣਾਉਂਦਾ, ਅਤੇ ਐਵੇਂ ਅਸੀਂ ਭੁੱਲ ਵਿੱਚ ਸਮਝ ਜਾਂਦੇ ਆ ਕੈਂਠਾ ਆ, ਮੁੰਦੀ, ਛਾਪ, ਛੱਲਾ, ਸੁਨਿਆਰੇ ਵਾਸਤੇ ਤਾਂ ਸਾਰਾ ਸੋਨਾ ਹੀ ਆ ਨਾ। ਜਦੋਂ ਪਾ ਕੇ ਕੋਠਾਲੀ ਵਿੱਚ ਉਹਨੂੰ ਗਾਲ ਦਿੰਦੇ ਤਾਂ ਸੋਨਾ ਹੀ ਰਹਿ ਜਾਂਦਾ। ਅਸੀਂ ਸਾਰੇ ਕਟਕ ਹਾਂ, ਉਹਦੇ ਘੜੇ ਹੋਏ ਗਹਿਣੇ ਹੈ। ਆਪਣੇ ਆਪ ਨੂੰ ਵੱਖਰਾ ਸਮਝੀ ਜਾਂਦੇ ਹਾਂ, ਕੋਈ ਕੁਛ ਸਮਝਦਾ, ਕੋਈ ਦਾ ਕੋਈ ਨਾ, ਕਿਸੇ ਦਾ ਕੋਈ ਨਾ, ਕੋਈ ਜਾਤੀ ਹੈ, ਕੋਈ ਬਰਾਦਰੀ ਹੈ, ਭੁੱਲੇ ਹੋਏ ਕਰਕੇ ਹੈ। ਰਵਿਦਾਸ ਜੀ ਕਹਿੰਦੇ ਮੈਨੂੰ ਲੱਗ ਗਿਆ ਪਤਾ, ਅਬ ਕਹਿਤੇ, ਮੈਂ ਕਹਿਣਾ ਚਾਹੁੰਦਾ, ਸਮਝਾਉਣਾ ਚਾਹੁੰਦਾ, ਪਰ ਕਹਿਣ ਨਾ ਆਇਆ। ਇਹ ਭਰਮ ਦੀ ਗੱਲ ਕਹਿਣ ਵਿੱਚ ਨਹੀਂ ਆਉਂਦੀ ਹੈ। ਇਹ ਤਾਂ ਜਿਹਨੂੰ ਸੋਝੀ ਦੇਣੀ ਨਾ, ਜਿਸ ਨੇ, ਉਹਨੂੰ ਹੀ ਪਤਾ ਲੱਗਣਾ। ਮੈਂ ਕੋਸ਼ਿਸ਼ ਤਾਂ ਕਰਦਾ ਵੀ ਕਹਿ ਦੇਵਾਂ, ਪਰ ਕਹਿਣ ਵਿੱਚ ਨਹੀਂ ਆਉਂਦੀ। ਭਰਮ ਦੀ ਬਾਤ, ਭਰਮ ਹੈ ਐਡਾ। ਕਹਿੰਦੇ ਸਰਬੇਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਜਿਹੜੇ ਕਹਿੰਦੇ ਕੁਛ ਜਣਾਇਆ, ਕੁਛ ਕਹਿ ਦਿੱਤਾ। ਫਿਰ ਕੀ ਕਿਹਾ? ਕਹਿੰਦੇ ਸਭਨਾਂ ਦੇ ਵਿੱਚ ਇੱਕ ਹੈ। ਸਰਵੇ ਏਕ ਅਨੇਕੈ ਸੁਆਮੀ, ਇੱਕ ਵੀ ਹੈ ਅਤੇ ਅਨੇਕਾਂ ਵੀ, ਅਨੇਕਾਂ ਰੂਪ ਵੀ ਧਾਰਨ ਕੀਤੇ ਨੇ, ਕਿਉਂਕਿ ਸਭਨਾਂ ਦੇ ਵਿੱਚ ਉਹ ਹੈ। ਹੁਣ ਅਨੇਕਾਂ ਨੇ ਜਿਹੜੇ ਬਣਾਏ ਹੋਏ ਨੇ, ਉਹਨਾਂ ਵਿੱਚ ਵੀ ਸੁਆਮੀ ਹੈ। ਏਕ ਵੀ ਹੈ ਅਤੇ ਅਨੇਕ ਵੀ ਹੈ, ਅਤੇ ਸਾਰਿਆਂ ਦੇ ਵਿੱਚ ਬੈਠ ਕੇ ਉਹ ਸਾਰੇ ਪਦਾਰਥਾਂ ਨੂੰ ਭੋਗਦਾ ਪਿਆ। ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨਿਰੈ, ਸਹਜੇ ਹੋਏ ਸੋਈ। ਇੱਕ ਹੋਰ ਗੱਲ ਉਹਨਾਂ ਨੇ ਸਮਝਾਤੀ, ਜਿੰਨਾ ਕੁ ਦੱਸ ਸਕਦੇ, ਜਿਵੇਂ ਦੱਸ ਸਕਦੇ। ਕਹਿੰਦੇ ਰੱਬ ਇੰਨਾ ਕੁ ਨੇੜੇ ਹੈ, ਹੱਥਾਂ ਅਤੇ ਪੈਰਾਂ ਤੋਂ ਵੀ ਨੇੜੇ ਆ। ਕਹਿੰਦੇ ਪਰ ਪਤਾ ਕਿੱਦਾਂ ਲੱਗਦਾ, ਪ੍ਰਾਪਤ ਕਿੱਦਾਂ ਹੁੰਦਾ? ਕਹਿੰਦੇ ਸਹਿਜ ਵਿੱਚ ਆ ਜਾਓ। ਸਹਿਜੇ ਹੋਏ ਸੋ ਹੋਈ। ਜਿਹੜਾ ਸਹਿਜ ਵਿੱਚ ਆ ਗਿਆ, ਜਿਸ ਨੇ ਮਨ ਦਾ ਟਿਕਾ ਬਣਾ ਲਿਆ, ਉਹਦਾ ਹੋਈ, ਉਹਦਾ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਹੀ ਉਹ ਪ੍ਰਗਟ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਇਹ ਕਿਰਪਾ ਕੀਤੀ, ਸਾਨੂੰ ਸਮੱਤ ਦਿੱਤੀ, ਸੋਝੀ ਬਖਸ਼ੀ ਹੈ। ਗੁਰੂ ਕਰੇ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਉ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਚ ਦੂਤ ਦਵਾਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੋਈ। ਤੁਮਰਾ ਊਚੇ ਤੇ ਊਚਾ ਭਗਵਾਨ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਾਕਾਰੀ, ਤੁਮਰੀ ਗਤ ਮਿਤ ਕਹੀਂ ਜਾ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ। ਕਰਤੁ ਮੁਕਤੀ ਸ਼ਬਦ ਗਾਇ ਗੁਰੂ ਨਾਨਕ ਲਈ ਧਿਆਏ, ਗੁਰੰਗਤ ਗਤੇ ਅਮਰਦਾਸ ਰਾਮ ਦਾਸ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਵਿੱਚ ਸਭ ਜਾਏ। ਤੇਗ ਬਹਾਦਰ ਸਿਮਰਿਆ ਕਰਨੌ ਪਿਆਰੇ, ਧਾਰਮਿਕ ਸਤਿ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਥਾਨੀ। ਦਸਾਂ ਪਾਤਸ਼ਾਹੀਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਗੁਰਬਾਣੀ ਦਾ ਧਿਆਨ ਤੇ ਸਤਿਸੰਗ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸੱਚਾਦਿਆਂ, 40 ਮੁਕਤੀਆਂ, ਖੱਟੀਆਂ ਦਿੱਤੀਆਂ ਤੱਕੀਆਂ ਸੁਖਮਨ। ਜਿਨ੍ਹਾਂ ਤੇਰਾ ਨਾਮ ਦੁਖਿਆ ਵਣ ਸ਼ਿਕਿਆਂ ਦੀ ਖੁਦਾਈ ਤੇ ਵਾਰ ਕੇ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਕਰਦਿਆਂ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ, ਪੰਥਕ ਪਾਏ ਹੋਈਆਂ, ਚਾਕੜੀਆਂ ਤੇ ਚੜੇ ਕਨਾਰਿਆਂ ਨਾਲ ਸੇਵਾਏ ਗੁਰਦੁਆਰਿਆਂ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਮਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਮਾਰੀਆਂ। ਬਿਨਾਂ ਸਮੂਹ ਸਿੱਖਾਂ ਦੀ ਕਮਾਈ ਕਰਦਿਆਂ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ। ਚਿਤਿ ਆਵਨ ਕੋ ਸਦਕਾ ਸਰਬ ਸੁਖ ਹੋਵੈ। ਜਾ ਜਾ ਖਾਲਸਾ ਜੀ ਸਾਹਿਬਾਂ ਦਾ ਰਖਿਆ ਜਾਏ। ਦੇਖ ਦੇਖ ਮਤੇ ਗੁਰੂ ਕੀ ਪੈ ਪੰਥੀ ਸਹਿਬ ਦੀ ਸਹਾਇ। ਖਾਲਸਾ ਜੀ ਕੇ ਗੁਰਦੁਆਰੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ। ਚੌਂਕੀਆਂ ਝੰਡੇ ਚੁੱਕੇ, ਇੱਕੋ ਜਿਕਰ ਦਾ ਧੰਨ ਦਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਜਮਾਨਾ ਜੀ ਮਤ ਪਾਪ ਕੇ ਰਾਖੇ ਆ। ਇਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕੇ ਉੱਪਰ ਪਾਤਵੇ ਸੁਖਾਮੀ ਦਰਦ ਦੇਖੇ ਤੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਰਹਿਤੇ ਨੇ ਜ਼ਬਾਨ में भी जात आशा जी दीवार के शब्द विचार बना से शेर हो खुदा की पानी के वहाँ करने वाले का आत्माई तेल पर राजन का प्रमाण सर्वत संसार बख्शियां दाता बड़ा प्रशस्त भी बहाने हरी पाक
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਂ ਲੈ। ਆਕੀ ਰਹੇ ਨ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋ ਉਤਰੇ ਪਾਰ, ਗੁਰੂ ਪਾਰ ਉਤਾਰਨ ਹਾਰ। ਕਲਗੀ ਸੋਏ ਸੀਸ, ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਾਹੂ ਟਲ ਗੁਰ ਸੇਵੀਆ, ਅਹਨ ਸਹਿ ਸਵਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ। ਸੋਹੀ ਮਹੱਲਾ ਪੰਜਵਾ। ਉਮਕੇ ਓਹੀਓ, ਮਿਲਨ ਪ੍ਰਭ ਤਾਈ। ਖੋਜਤ ਚਰਿਓ, ਦੇਖਾ ਪ੍ਰਿਆ ਜਾਈ। ਉਮਕੇ ਓਹੀਓ, ਮਿਲਨ ਪ੍ਰਭ ਤਾਈ। ਖੋਜਤ ਚਰਿਓ, ਦੇਖੋ ਪ੍ਰਿਆ ਜਾਈ। ਸੁਨਤ ਸੰਦੇਸਰੋ, ਪ੍ਰਿਆ ਗ੍ਰਹਿ ਸੇਜ ਵਿਸ਼ਾਈ। ਭ੍ਰਮ ਭ੍ਰਮ ਆਇਓ, ਤਉ ਨਦਰ ਨ ਪਾਈ। ਕਿਨ ਬਿਦ ਹੀਰੋ, ਧੀਰੈ ਨਿਮਾਨੋ। ਮਿਲ ਸਾਜਨ, ਹਾਂ ਤੁਝ ਕੁਰਬਾਨੋ ਰਹਾ। ਏਕਾ ਸੇਜ, ਵਿਸ਼ੀ ਧਨ ਕੰਤਾ। ਧਨ ਸੂਤੀ, ਪਿਰ ਸਦ ਜਾਗੰਤਾ। ਪੀਓ ਮਦਰੋ, ਧਨ ਮਤਵੰਤਾ। ਧਨ ਜਾਗੈ, ਜੇ ਪਿਰ ਬੋਲੰਤਾ। ਵਈ ਨਿਰਾਸੀ, ਬਹੁਤ ਦਿਨ ਲਾਗੇ। ਦੇਸ ਦਿਸੰਤਰ, ਮੈਂ ਸਗਲੇ ਝਾਗੇ। ਖਿਨ ਰਹਿਨ ਨ ਪਾਵਉ, ਬਿਨ ਪਗ ਪਾਗੇ। ਹੋਏ ਕਿਰਪਾਲ, ਪ੍ਰਭ ਮਿਲਹਿ ਸੁਭਾਗੇ। ਭਇਓ ਕਿਰਪਾਲ, ਸਤ ਸੰਗ ਮਿਲਾਇਆ। ਬੂਝੀ ਤਪਤ, ਕਰਹਿ ਪਿਰ ਪਾਇਆ। ਸਗਲ ਸੀਗਾਰ, ਹੁਣ ਮੁਝ ਹੈ ਸੁਹਾਇਆ। ਕਹੋ ਨਾਨਕ, ਗੁਰ ਭਰਮ ਚੁਕਾਇਆ। ਜੈ ਦੇਖਾ, ਤੈ ਪਿਰ ਹੈ ਭਾਈ। ਖੋਲਿਓ ਕਪਾਟ, ਤਾ ਮਨ ਠਹਿਰਾਈ। ਜੈ ਦੇਖਾ, ਤੈ ਪਿਰ ਹੈ ਭਾਈ। ਖੋਲਿਓ ਕਪਾਟ, ਤਾ ਮਨ ਠਹਿਰਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।